Good morning, students. ਬੱਚਿਓ ਆਪਾਂ ਐਕਸਟੈਂਸਿਵ ਸਟੱਡੀ ਦਾ ਸਪੈਰੋ ਚੈਪਟਰ ਪੜਾਂਗੇ ਅੱਜ। ਮੈਂ ਥੋੜਾ ਪਹਿਲਾਂ ਸਮਝਾਇਆ ਵੀ ਹੀ, ਮੈਂ ਫਿਰ ਰਿਪੀਟ ਕਰ ਦਿੰਦਾ ਇਹ ਚੀਜ਼ਾਂ ਨੂੰ। ਸਪੈਰੋ ਕਿ ਇਹ ਅਬਾਸ ਦੇ ਦੁਆਰਾ ਲਿਖਿਆ ਗਿਆ ਚੈਪਟਰ ਆ ਇਹ। ਇਹਦੇ ਵਿੱਚ ਸਟਾਰਟਿੰਗ ਦੇ ਵਿੱਚ ਇੰਟਰੋਡਕਸ਼ਨ 'ਚ ਦੇਖੋ, society classifies its member so easily and so very conveniently into the good and the bad। ਜਿਹੜਾ ਸਮਾਜ ਹੁੰਦਾ ਆਪਣਾ, ਇਸ ਜਿਹੜੇ ਨਾਗਰਿਕ ਹੁੰਦੇ ਉਹਨਾਂ ਦੀ ਵੰਡ ਕਰ ਦਿੰਦਾ ਬੜੀ ਆਸਾਨੀ ਨਾਲ। ਕਈਆਂ ਨੂੰ ਚੰਗੇ ਕਹਿਣਾ ਸ਼ੁਰੂ ਕਰ ਦਿੰਦਾ, ਕਈਆਂ ਨੂੰ ਮਾੜੇ ਕਹਿਣਾ ਸ਼ੁਰੂ ਕਰ ਦਿੰਦਾ। ਜਿਹੜੇ ਤੇ ਚੰਗੇ ਹੁੰਦੇ ਐਂਡ ਦਾ ਗੁੱਡ ਟੇਕ ਅਪੋਨ ਦੈਮਸੈਲਫ ਦਾ ਰਿਸਪੌਂਸਿਬਿਲਿਟੀ ਟੂ ਸਿਟ ਇਨ ਜਜਮੈਂਟ ਓਵਰ ਦਾ ਬੈਡ ਐਂਡ ਪੁਨਿਸ਼ ਦੈਮ। ਜਿਹੜੇ ਚੰਗੇ ਹੁੰਦੇ ਆ ਉਹਨਾਂ ਨੂੰ ਕਿਹੜੀ ਜ਼ਿੰਮੇਵਾਰੀ ਦੇ ਦਿੱਤੀ ਜਾਂਦੀ ਆ ਵੀ ਉਹ ਜਜਮੈਂਟ ਕਰਨ, ਪ੍ਰੀਖਣ ਕਰਨ ਵੀ ਕੌਣ ਮਾੜਾ ਵਾ ਤੇ ਉਹਨੂੰ ਸਜ਼ਾ ਦੇਣ। ਉਹ ਸਜ਼ਾ ਜਿਹੜੀ ਕਿਸ ਰੂਪ ਦੇ ਵਿੱਚ ਹੋ ਸਕਦੀ ਆ, ਸਮਾਜ ਚੋਂ ਬਾਹਰ ਕੱਢ ਦਿੱਤਾ ਜਾਂਦਾ ਮਾੜੇ ਬੰਦੇ ਨੂੰ, ਤੇ ਜਾਂ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ। ਇੰਪ੍ਰਿਜ਼ਨਮੈਂਟ ਇੱਥੇ ਵਰਡ ਆਇਆ। ਵੈਰੀ ਸੈਲਡਮ, ਬਹੁਤ ਹੀ ਘੱਟ ਹੁੰਦਾ ਵਾ ਕਿ ਜਿਹੜਾ ਜੱਜ ਹੁੰਦਾ ਪਿਆ ਵਾ, ਪ੍ਰੀਖਣ ਹੁੰਦਾ ਪਿਆ ਵਾ, ਕਿਸੇ ਦੀ ਪਰਖ ਹੁੰਦੀ ਪਈ ਆ, ਉਹ 'ਚ ਇਹ ਵੀ ਕੋਸ਼ਿਸ਼ ਕੀਤੀ ਜਾਵੇ ਪੜਤਾਲ ਕਰਨ ਦੀ ਵੀ ਕ੍ਰਿਮੀਨਲ ਦਾ ਬੈਕਗਰਾਊਂਡ ਕੀ ਆ। ਜੇ ਕਿਸੇ ਨੇ ਕ੍ਰਾਈਮ ਕੀਤਾ ਵਾ ਤੇ ਉਹ ਕਿਸ ਵਜ੍ਹਾ ਨਾਲ ਕੀਤਾ, ਕਿਹੜੀ ਚੀਜ਼ ਹੀ ਜਿਹਨੇ ਉਹਨੂੰ ਕ੍ਰਾਈਮ ਕਰਨ ਲਈ, ਜੁਰਮ ਕਰਨ ਲਈ ਮਜਬੂਰ ਕਰ ਦਿੱਤਾ ਗਿਆ। Such a probe very often reveals the fact that it was a social condition as much as other factors that were responsible for his turning a criminal। ਕੁਝ ਸੁਸਾਇਟੀ ਵੀ ਜ਼ਿੰਮੇਵਾਰ ਹੁੰਦੀ ਆ ਕਿਸੇ ਨੂੰ ਕ੍ਰਿਮੀਨਲ ਬਣਾਉਣ ਦੇ ਵਿੱਚ। ਤੇ ਇੱਥੇ ਇਸ ਚੈਪਟਰ ਸਪੈਰੋ ਦੇ ਵਿੱਚ ਆਪਾਂ ਰਹੀਮ ਖਾਨ ਬਾਰੇ ਪੜਾਂਗੇ। ਰਹੀਮ ਖਾਨ ਕਿਉਂ ਇੰਨਾ ਕਰੂਅਲ ਬਣ ਗਿਆ, ਕਿਉਂ ਇੰਨਾ ਹਾਰਡ ਹਾਰਟਡ ਬਣ ਗਿਆ ਵੀ ਜਿਹਨੂੰ ਕਿਸੇ ਤੇ ਤਰਸ ਹੀ ਨਹੀਂ ਆਉਂਦਾ। ਉਹਦੇ ਪਿੱਛੇ ਸੁਸਾਇਟੀ ਜ਼ਿੰਮੇਵਾਰ ਹੀ ਤੇ ਕਿਵੇਂ ਜ਼ਿੰਮੇਵਾਰ ਹੀ, ਉਹ ਆਪਾਂ ਇਸ ਚੈਪਟਰ ਦੇ ਵਿੱਚ ਪੜ੍ਹਨਾ ਹੈ। ਚੈਪਟਰ ਦੀ ਕਹਾਣੀ ਕਿਸ ਤਰ੍ਹਾਂ ਹੈ, ਸ਼ੁਰੂਆਤ ਕਿਵੇਂ ਹੁੰਦੀ। ਸ਼ੁਰੂਆਤ ਵਿੱਚ ਉਹਨਾਂ ਨੇ ਕਿਹਾ ਦ ਸਨ ਵਾਜ਼ ਸੈਟਿੰਗ ਬਿਹਾਈਂਡ ਦਾ ਮੈਂਗੋ ਗਰੂਵ। ਸੂਰਜ ਜਿਹੜਾ ਛਿਪਦਾ ਪਿਆ ਸੀ, ਕਿੰਨਾਂ ਦੇ ਪਿੱਛੇ ਲੱਭਦਾ ਪਿਆ ਸੀ ਸੂਰਜ, ਦਰਖਤਾਂ ਦਾ ਸਮੂਹ ਹੀ। ਮੈਂਗੋ ਫਲ ਜਿਹੜਾ ਹੁੰਦਾ ਵਾ, ਗਰੂਵ ਦਰਖਤਾਂ ਦੇ ਸਮੂਹ ਨੂੰ ਕਹਿੰਦੇ ਆ। ਇਹ ਮੈਂ ਅੰਡਰਲਾਈਨ ਕਰਕੇ ਇਹਦਾ ਇੱਥੇ ਮੀਨਿੰਗ ਵੀ ਲਿਖਿਆ ਵਾ ਜੇ ਨਾ ਪਤਾ ਲੱਗੇ। ਤੇ ਉਹ ਕਿਹੜੀ ਦਿਸ਼ਾ ਦਰਸਾਈ ਗਈ ਆ ਕਹਾਣੀ ਦੇ ਵਿੱਚ, ਸਟਾਰਟਿੰਗ ਦੇ ਸੀਨ ਦੇ ਵਿੱਚ ਵੈਸਟ ਦਿਸ਼ਾ ਵੱਲ। ਤੇ ਉਧਰੋਂ ਕੌਣ ਤੁਰਿਆ ਆਉਣ ਡਿਆ, ਰਹੀਮ ਖਾਨ ਆਪਣੇ ਖੇਤਾਂ ਦੇ ਵਿੱਚੋਂ। ਰਹੀਮ ਖਾਨ ਕਿਵੇਂ ਦਾ ਵਾ, ਬਰੌਡ ਐਂਡ ਸਟਰੋਂਗ, ਬੜਾ ਹੀ ਹੱਟਾ ਕੱਟਾ ਏ, ਬੜਾ ਮਜ਼ਬੂਤ ਹੈ। ਉਹਦੀ ਉਹ ਉਮਰ ਦੇ ਹਿਸਾਬ ਨਾਲ ਬੜਾ ਹੀ ਮਜ਼ਬੂਤ ਲੱਗਦਾ ਪਿਆ। ਉਹਦੀ 50 ਸਾਲ ਉਮਰ ਇੱਥੇ ਦਰਸਾਈ ਗਈ। ਉਹਨੇ ਆਪਣੇ ਮੋਢੇ ਦੇ ਉੱਪਰ ਹਲ ਨੂੰ ਰੱਖਿਆ ਐਂਡ ਡਰਾਈਵਿੰਗ ਹਿਸ 2 ਆਕਸਨਸ, ਤੇ ਆਪਣੇ ਬਲਦਾਂ ਨੂੰ ਲੈ ਕੇ ਆਉਂਦਾ ਪਿਆ ਖੇਤਾਂ ਚੋਂ। ਤੇ ਕਿੱਥੋਂ ਦੀ ਲੰਘਦਾ ਪਿਆ ਵਾ, ਕਿਹੜੀ ਗਲੀ ਆ, ਜਿਹੜੀ ਪਿੰਡ ਦੀ ਮੁੱਖ ਗਲੀ ਮੇਨ ਸਟਰੀਟ ਆ, ਉਥੋਂ ਉਹ ਤੁਰ ਕੇ ਲੰਘਦਾ ਪਿਆ ਵਾ। ਤੇ ਕਿੱਦਾਂ ਦੀ ਉਹਦੀ ਤੋਰ ਆ, ਉਹ ਬਹੁਤ ਹੀ ਘਮੰਡੀ ਤਰੀਕੇ ਨਾਲ, ਤੇ ਬੜਾ ਹੀ ਉਹਦਾ ਵੱਖਰਾ ਜਿਹਾ ਅੰਦਾਜ਼ ਆ ਵੀ ਅਨਫਰੈਂਡਲੀ, ਜਿੱਦਾਂ ਕਿਸੇ ਨਾਲ ਕੋਈ ਮੇਲ ਮਿਲਾਪ ਨਹੀਂ, ਏਦਾਂ ਉਹ ਤੁਰਦਾ ਪਿਆ। ਕਿੱਥੇ ਪਹੁੰਚਦਾ ਵਾ, ਜਿੱਦਾਂ ਹੀ ਉਹ ਚੌਪਲ ਦੇ ਨੇੜੇ ਪਹੁੰਚਦਾ, ਜਿੱਥੇ ਦਰਜਨ ਦੇ ਕਰੀਬ ਪੀਜ਼ੈਂਟਸ ਕਿਸਾਨਾਂ ਨੂੰ ਕਹਿ ਲਓ, ਮਜ਼ਦੂਰਾਂ ਨੂੰ ਕਹਿ ਲਓ, ਮਿਹਨਤ ਕਰਨ ਵਾਲੇ ਲੋਕਾਂ ਨੂੰ ਕਹਿ ਲਓ, ਉੱਥੇ ਇਕੱਠੇ ਹੋਏ ਨੇ। ਆਪਣੇ ਦਿਨ ਭਰ ਜੋ ਵੀ ਕੰਮਕਾਰ ਕੀਤਾ ਹੋਊਗਾ ਉਹਨਾਂ ਨੇ, ਸ਼ਾਮ ਦੇ ਵੇਲੇ ਉਹ ਸਮੋਕ ਦੇ ਲਈ, ਹੁੱਕਾ ਜਿੱਦਾਂ ਹੁੰਦਾ ਏ, ਪੰਚਾਇਤ ਪੰਚ ਜਿਹਾ ਉੱਥੇ ਲੱਗਾ ਏ, ਉੱਥੇ ਇਕੱਠੇ ਹੋ ਕੇ ਸਮੋਕ ਕਰਨ ਡਏ ਨੇ ਉਹ। ਤੇ ਜੋ ਉਹ ਉੱਚੀ ਉੱਚੀ ਬੋਲਦੇ ਪਏ ਸੀ, ਜਿੱਦਾਂ ਉਹ ਬੜਾ ਹੀ ਹਿਲਾਰੀਅਸ ਤਰੀਕੇ ਨਾਲ ਗੱਲਾਂ ਕਰਦੇ ਪਏ ਸੀ ਉੱਚੀ ਆਵਾਜ਼ ਦੇ ਵਿੱਚ, ਉਹ ਇੱਕਦਮ ਖਤਮ ਹੋ ਜਾਂਦੀਆਂ। ਤੇ ਹੁਣ ਉਹ ਬਹੁਤ ਹੀ ਨੀਵੀਂ ਆਵਾਜ਼ ਵਿੱਚ, ਹੌਲੀ ਆਵਾਜ਼ ਵਿੱਚ, ਆ ਵਿਸਪਰਸ ਲਿਖਿਆ, ਇੱਦਾਂ ਉਹ ਬੜੀ ਹੀ ਸਾਵਧਾਨੀ ਨਾਲ ਗੱਲ ਕਰਨੀ ਸ਼ੁਰੂ ਕਰਤੀ ਉਹਨਾਂ ਨੇ।
ਕਿਹਦੇ ਖੌਫ ਤੋਂ, ਕਿਹਦੇ ਡਰ ਤੋਂ? ਰਹੀਮ ਖਾਨ ਦੇ ਡਰ ਤੋਂ। It was only when he had vanished round the corner and the heavy treads of his footsteps was heard no more that Kalu, passing the communal hookah to another, remarked, "There goes the hard-hearted devil." ਜਿੰਨਾ ਚਿਰ ਤੱਕ ਰਹੀਮ ਖਾਨ ਵੈਨਿਸ਼ ਨਹੀਂ ਹੋ ਗਿਆ, ਦਿਖਣਾ ਬੰਦ ਨਹੀਂ ਹੋ ਗਿਆ ਉਸ ਗਲੀ ਦੇ ਵਿੱਚੋਂ, ਉਹਨਾਂ ਚਿਰ ਤੱਕ ਤੇ ਉਹ ਰਹੇ ਚੁੱਪ। ਜਿੰਨਾ ਚਿਰ ਤੱਕ ਉਹਦੇ ਪੈਰਾਂ ਦੀ ਆਵਾਜ਼ ਸੁਣਨੀ ਬੰਦ ਨਹੀਂ ਹੋ ਗਈ, ਉਹ ਪੂਰਾ ਹੌਲੀ ਹੌਲੀ ਗੱਲਾਂ ਕਰਨ ਡੈ ਪਏ ਸੀ। ਹੁਣ ਉਹ ਚੱਲ ਗਿਆ ਰਹੀਮ ਖਾਨ ਉੱਥੋਂ। ਰਹੀਮ ਖਾਨ ਉੱਥੇ ਨਹੀਂ ਦਿਖਦਾ ਪਿਆ, ਨਾ ਉਹਦੇ ਪੈਰਾਂ ਦੀ ਆਵਾਜ਼ ਸੁਣਦੀ ਪਈ। ਸਭ ਤੋਂ ਪਹਿਲੋਂ ਗੱਲ ਕਰਨੀ ਸ਼ੁਰੂ ਕਿੰਨੇ ਕੀਤੀ? ਕਾਲੂ ਨੇ। ਕਾਲੂ ਜਿਹੜਾ ਵਾ ਉਹ ਪਾਸ ਕਰਦਾ ਵਾ ਹੁੱਕਾ, ਜਿਹੜਾ ਕਮਿਊਨਿਟੀ ਦਾ ਹੁੱਕਾ ਵਾ, ਜੋ ਉਹਨਾਂ ਨੇ ਸਾਂਝਾ ਹੁੱਕਾ ਰੱਖਿਆ ਸਮੋਕ ਦੇ ਲਈ। ਹੁੱਕਾ ਵੀ ਇੱਕ ਇਸ ਤਰ੍ਹਾਂ ਦੀ ਕੋਈ ਚੀਜ਼ ਹੈ ਜਿਹੜਾ ਉਹ ਵਰਤਦੇ ਨੇ ਲੋਕ ਇਕੱਠੇ ਬੈਠ ਕੇ, ਉਹਦੇ ਚੋਂ ਨਸ਼ੇ ਵਰਗੀ ਕੋਈ ਚੀਜ਼ ਦਾ ਸੇਵਨ ਕਰਦੇ ਨੇ, ਤੇ ਉਹ ਪਾਸ ਕਰਦਾ ਹੁੱਕਾ ਕਾਲੂ ਦੂਜੇ ਬੰਦੇ ਨੂੰ। ਤੇ ਕੀ ਕਹਿੰਦਾ ਵਾ ਆਪਣੇ ਮੂੰਹ ਚੋਂ? ਕਿਹੜੇ ਲਫ਼ਜ਼ ਬੋਲਦਾ? ਕਹਿੰਦਾ ਵੀ ਹਾਰਡ ਹਾਰਟਿਡ ਡੈਵਿਲ। ਰਹੀਮ ਖਾਨ ਨੂੰ ਬੜਾ ਪੱਥਰ ਦਿਲ ਇਨਸਾਨ ਨਹੀਂ ਰਾਖਸ਼ ਬੋਲਦਾ ਉਹ। ਉਹਨੇ ਵਿੱਚ ਨੰਨਾ ਦੂਸਰਾ ਕਰੈਕਟਰ ਆ ਗਿਆ, ਨੰਨਾ। ਵੈਸੇ ਦੂਸਰਾ ਨਹੀਂ, ਤੀਸਰਾ ਕਰੈਕਟਰ ਹੈ। ਪਹਿਲਾ ਕਰੈਕਟਰ ਹੈਗਾ ਰਹੀਮ ਖਾਨ। ਇਹਦੇ ਬਾਰੇ ਹਜੇ ਆਪਾਂ ਨੂੰ ਕੋਈ ਪਤਾ ਨਹੀਂ। ਇਹ ਕਹਾਣੀ ਦੀ ਸਟਾਰਟਿੰਗ ਦੇ ਵਿੱਚ ਆਉਂਦਾ, ਇੱਕ ਗਲੀ ਚੋਂ ਪਾਸ ਕਰਦਾ ਪਿਆ ਤੇ ਬੜਾ ਹੀ ਅਨਫਰੈਂਡਲੀ ਤਰੀਕੇ ਨਾਲ ਉਹ ਗਲੀ ਚੋਂ ਲੰਘਦਾ, ਕਿਸੇ ਨਾਲ ਕੋਈ ਗੱਲ ਨਹੀਂ ਕਰਦਾ। ਦੂਜਾ ਕਰੈਕਟਰ ਆ ਗਿਆ ਕਾਲੂ। ਕਾਲੂ ਜਿਹੜਾ ਵਾ ਉਹਨੇ ਪਹਿਲੀ ਗੱਲ ਸ਼ੁਰੂ ਕੀਤੀ ਆ ਤੇ ਰਹੀਮ ਖਾਨ ਨੂੰ ਸਖਤ ਦਿਲ ਰਾਖਸ਼ ਕਿਹਾ ਉਹਨੇ। ਤੀਸਰਾ ਕਰੈਕਟਰ ਆ ਗਿਆ ਨੰਨਾ। ਨੰਨਾ ਇੱਕ ਫੈਟ ਸਵੀਟ ਸੈਲਰ, ਮਠਿਆਈ ਵੇਚਣ ਵਾਲਾ, ਭਾਰਾ ਵਾ, ਮੋਟਾ ਏ ਥੋੜਾ, ਭਾਰੇ ਸਰੀਰ ਦਾ ਕੋਈ ਆਦਮੀ ਹੈ, ਉਹਦਾ ਨਾਮ ਨੰਨਾ ਏ। ਉਹ ਕੀ ਕਹਿੰਦਾ ਵਾ? ਉਹ ਕਹਿੰਦਾ ਵਾ ਵੀ ਹੀ ਇਜ਼ ਗੈਟਿੰਗ ਵਰਸ ਐਂਡ ਵਰਸ ਐਵਰੀ ਡੇ। ਉਹ ਬੱਤਰ ਤੋਂ ਬੱਤਰ, ਬੜਾ ਹੀ ਜ਼ਾਲਮ ਹੁੰਦਾ ਜਾਂਦਾ ਹਰ ਦਿਨ। ਜਿੱਦਾਂ ਜੇ ਉਹ ਅੱਜ ਥੋੜਾ ਘੱਟ ਆਪਣਾ ਰੂਪ ਦਿਖਾਉਂਦਾ, ਅਗਲੇ ਦਿਨ ਹੋਰ ਉਹ ਸਖਤ ਹੋ ਜਾਂਦਾ, ਵੀ ਹਰ ਦਿਨ ਉਹ ਬੱਤਰ ਤੋਂ ਬੱਤਰ ਹੋਈ ਜਾਂਦਾ। ਇਹ ਤੀਜਾ ਕਰੈਕਟਰ ਹੀ ਨੰਨਾ। ਫਿਰ ਉਹ ਕਹਿੰਦਾ ਵਾ ਯਸਟਰਡੇ ਇਹਨੇ ਕੀ ਕੀਤਾ? ਇਹਨੇ ਮਾਰਿਆ, ਬੀਟ ਕੀਤਾ ਰਾਮੂ ਦੇ ਬੱਚਿਆਂ ਨੂੰ, ਕਿਉਂਕਿ ਰਾਮੂ ਦੇ ਬੱਚਿਆਂ ਨੇ ਇੱਕ ਪੈਬਲ ਕੰਕਰ ਮਾਰਿਆ ਸੀ ਇਹਦੇ ਔਕਸਨ ਬਲਦਾਂ ਨੂੰ, ਤਾਂ ਕਰਕੇ ਰਹੀਮ ਖਾਨ ਨੇ ਉਹਨਾਂ ਨੂੰ ਕੁੱਟਿਆ। ਇਹ ਕੌਣ ਐਡ ਕਰਦਾ ਗੱਲ? ਨੰਨਾ। ਰਾਮਨਾਥ ਆ ਗਿਆ ਜੇ ਚੌਥਾ ਕਰੈਕਟਰ। ਰਾਮਨਾਥ ਜਿਹੜਾ ਪਿੰਡ ਦਾ, ਉਸ ਗਾਉਂ ਦਾ ਜੈਲਦਾਰ ਹੈ। ਉਹ ਆਪਣੀ ਅੱਗੇ ਪੇਸ਼ ਹੋ ਕੇ ਗੱਲ ਕੀ ਰੱਖਦਾ ਵਾ? ਉਹ ਕਿਹਦੀ ਗੱਲ ਕਰਨ ਲੱਗਾ ਵਾ? ਰਹੀਮ ਖਾਨ ਦੀ ਕਰੂਐਲਿਟੀਜ਼ ਦੀ, ਜ਼ੁਲਮ ਦੀ, ਵੀ ਕਿੰਨਾ ਕੁ ਕਰੂਅਲ ਹੋ ਗਿਆ, ਉਹ ਕਿਹੋ ਜਿਹੀਆਂ ਹਰਕਤਾਂ ਕਰਦਾ, ਉਹਦੇ ਬਾਰੇ ਕੌਣ ਦੱਸਣ ਲੱਗਾ? ਰਾਮਨਾਥ। ਕਿਹੜੇ ਅਹੁਦੇ ਤੇ ਆ ਉਹ? ਜੈਲਦਾਰ। ਉਹ ਕਹਿੰਦਾ ਐਂਡ ਦਾ ਅਦਰ ਡੇ ਹੀ ਵੈਰੀ ਨੀਅਰਲੀ ਕਿਲਡ ਮਾਈ ਮੇਅਰ ਫॉर ਸਟੀਅਰਿੰਗ ਇਨਟੂ ਹਿਸ ਫੀਲਡ। ਕਹਿੰਦਾ ਵਾ ਵੀ ਇਹ ਮੇਰੀ ਮੇਅਰ ਨੂੰ, ਜਿਹੜੀ ਉਹਦੀ ਘੋੜੀ ਹੀ, ਜਾਨਵਰ ਘੋੜੀ ਜਿਹੜੀ ਹੀ, ਉਹਨੂੰ ਮਾਰ ਹੀ ਦੇਣ ਲੱਗਾ ਸੀ, ਕਿਉਂਕਿ ਮੇਰੀ ਮੇਅਰ ਭਟਕ ਕੇ ਇਹਦੇ ਖੇਤਾਂ 'ਚ ਚੱਲ ਗਈ ਸੀ, ਤੇ ਇਹਨੇ ਇੰਨਾ ਕੁੱਟਿਆ ਵੀ ਮਾਰ ਹੀ ਦੇਣ ਲੱਗਾ ਸੀ ਉਹਨੂੰ। ਦਾ ਜੈਲਦਾਰ ਅਫਕੋਰਸ ਜੈਲਦਾਰ ਕੀ ਕਹਿੰਦਾ ਏ? ਉਹ ਇਹ ਚੀਜ਼ ਮੈਂਸ਼ਨ ਨਹੀਂ ਕਰਦਾ ਵੀ ਉਹ ਜਿਹੜੀ ਮੇਅਰ ਹੀ, ਘੋੜੀ ਹੀ, ਉਹ ਕਿੰਨਾ ਨੇ ਪਲਾਨ ਕਰਕੇ ਉਹਦੇ ਖੇਤਾਂ ਵਿੱਚ ਪਹੁੰਚਾਈ ਸੀ? ਸ਼ਰਾਰਤੀ ਉਹਦੇ ਬੇਟਿਆਂ ਨੇ। ਮਿਸਚੀਵੀਅਸ ਸੰਸ ਮਤਲਬ ਸ਼ਰਾਰਤ ਕੀਤੀ ਗਈ ਉਹਦੇ ਬੱਚਿਆਂ ਦੇ ਦੁਆਰਾ। ਜੈਲਦਾਰ ਦੇ ਬੱਚਿਆਂ ਨੇ ਜਿਹੜੀ ਉਹਦੇ ਖੇਤ ਵਿੱਚ ਉਸ ਘੋੜੀ ਨੂੰ ਭੇਜਿਆ ਤੇ ਰਹੀਮ ਖਾਨ ਨੇ ਫਿਰ ਉਹਨੂੰ ਮਾਰਿਆ ਸੀ। ਉਸ ਤੋਂ ਬਾਅਦ ਇੱਕ ਬਜ਼ੁਰਗ ਜਿਹਦੇ ਵਾਲ ਸਫੇਦ ਹੋ ਚੁੱਕੇ, ਪਟੇਲ, ਇਹ ਅਗਲਾ ਕਰੈਕਟਰ ਆ ਗਿਆ। ਉਹ ਆਪਣਾ ਮੂੰਹ ਖੋਲਦਾ, ਮੂੰਹ ਉਹਦਾ ਕਿਵੇਂ ਦਾ? ਜਿਸ 'ਚ ਕੋਈ ਦੰਦ ਨਹੀਂ ਹੈਗਾ, ਟੁੱਥਲੈਸ ਮਾਊਥ, ਉਹਨੂੰ ਓਪਨ ਕਰਦਾ ਤੇ ਮੂੰਹ ਖੋਲਦੇ ਹੀ ਉਹਦੇ ਮੂੰਹ 'ਚੋਂ ਬੜੇ ਹੀ ਪਵਿੱਤਰ, ਪਵਿੱਤਰ ਹੁਣ ਕਹਿੰਦੇ ਇਹਨਾਂ ਨੂੰ, ਬੜੇ ਹੀ ਪਵਿੱਤਰ ਸ਼ਬਦ ਨਿਕਲਦੇ ਆ। ਪਰਮਾਤਮਾ ਨੂੰ ਯਾਦ ਕਰਦਾ, ਹਰੇ ਰਾਮ ਹਰੇ ਰਾਮ। ਕੀ ਕਹਿੰਦਾ ਵਾ ਵੀ ਮੈਂ ਇੱਦਾਂ ਦਾ ਕਰੂਅਲ ਮੈਨ, ਇੱਦਾਂ ਦਾ ਪੱਥਰ ਦਿਲ ਜ਼ਾਲਮ ਇਨਸਾਨ ਕਦੀ ਨਹੀਂ ਦੇਖਿਆ। ਹੀ ਹੈਜ਼ ਕੰਪੈਸ਼ਨ ਹਮਦਰਦੀ ਨੂੰ ਕਹਿੰਦੇ।
ਨਾ ਤੇ ਇਹਦੀ ਹਮਦਰਦੀ ਜਿਹੜੀ ਬੱਚਿਆਂ ਨਾਲ ਆ ਤੇ ਨਾ ਹੀ ਬੇਜ਼ਬਾਨ ਜਾਨਵਰਾਂ ਨਾਲ ਆ ਤੇ ਇਸ ਚੰਦ ਦਾ ਕੋਈ ਹੈਰਾਨੀ ਨਹੀਂ ਆ ਵੀ ਇਹਦੇ ਜਿਹੜੇ ਬੱਚੇ ਆ ਉਹ ਇਹਦੇ ਤੋਂ ਦੂਰ ਚਲ ਗਏ ਨੇ, ਘਰ ਛੱਡ ਕੇ ਜਾ ਚੁੱਕੇ ਨੇ। The subject of their conversation, meanwhile, had reached his hut, which almost symbolically stood gaunt and aloof at a distance from the neighboring cluster of houses. Subject ਦਾ ਮਤਲਬ ਇੱਥੇ ਆ ਰਹੀਮ ਖਾਨ। ਉਹਨਾਂ ਦੀ ਗੱਲਬਾਤ ਦਾ ਜਿਹੜਾ ਵਿਸ਼ਾ ਹੀ ਰਹੀਮ ਖਾਨ ਮਤਲਬ ਉਹ ਕਿੱਥੇ ਪਹੁੰਚ ਜਾਂਦਾ ਆਪਣੀ ਝੌਂਪੜੀ ਦੇ ਵਿੱਚ ਤੇ ਉਹਦੀ ਝੌਂਪੜੀ ਵੀ ਕਿਵੇਂ ਆ ਸਾਰੀਆਂ ਹੀ ਝੌਂਪੜੀਆਂ ਤੋਂ ਦੂਰ ਤੇ ਇਕੱਲੀ ਬਣਾਈ ਗਈ ਹੈ। ਜਿਹੜੇ ਗਵਾਂਢ ਦੇ ਵਿੱਚ ਹਾਊਸਿਸ ਨੇ ਉਹਨਾਂ ਤੋਂ ਉਹਦਾ ਡਿਸਟੈਂਸ ਕਾਫੀ ਜ਼ਿਆਦਾ ਏ। ਰਹੀਮ ਖਾਨ ਪਹੁੰਚਦੇ ਹੀ ਆਪਣਾ ਹੱਲ ਜਿਹੜਾ ਵਾ ਉਹ ਕੰਧ ਦੇ ਨਾਲ ਲਾਉਂਦਾ, ਬਾਰ-ਬਾਰ ਘਰ ਦੇ ਜਿਹੜੀ ਕੰਧ ਹੋਊਗੀ ਉਹਦੇ ਨਾਲ ਹੱਲ ਨੂੰ ਰੱਖਦਾ ਤੇ ਆਪਣੇ ਜਿਹੜੇ ਬਲਦ ਆ ਉਹਨਾਂ ਨੂੰ ਵੁਡਨ ਸਟੇਕਸ ਜਿਹੜੇ ਲੱਕੜ ਦੇ ਕਿੱਲੇ ਉਹਨਾਂ ਨਾਲ ਬੰਨ੍ਹ ਦਿੰਦਾ, ਜਿਹੜੇ ਉਹਦੇ ਸਿਰਫ ਗੇਟ ਦੇ ਨਾਲ ਹੀ ਉਹਨੇ ਮਤਲਬ ਗੱਡੇ ਹੋਣਗੇ ਕਿੱਲੇ ਉਹਨਾਂ ਨਾਲ ਬੰਨ੍ਹ ਦਿੰਦਾ ਆਪਣੇ ਬਲਦਾਂ ਨੂੰ। ਬਾਈ ਰਹੀਮ ਖਾਨ ਕੋਈ ਆਵਾਜ਼ ਉਹਨੂੰ ਪੈਂਦੀ ਆ, ਉਹਨੂੰ ਉਹਦੇ ਪਿੱਛੋਂ ਆਵਾਜ਼ ਪੈਂਦੀ ਆ ਰਹੀਮ ਖਾਨ ਕਹਿ ਕੇ ਉਹਨੂੰ ਕੋਈ ਬੁਲਾਉਂਦਾ ਵਾ। ਜਿੱਦਾਂ ਹੀ ਉਹ ਘਰ 'ਚ ਐਂਟਰ ਹੋਣ ਲੱਗਦਾ ਉਹਨੂੰ ਕੋਈ ਪਿੱਛੋਂ ਆਵਾਜ਼ ਪੈਂਦੀ ਤੇ ਇਹ ਇੱਕਦਮ ਉਹਦੇ ਤੇ ਭੜਕਦਾ। ਵਟ ਇਜ਼ ਇਟ? ਇਹਦਾ ਕਿਉਂ ਸਵਾਲ ਇਹ ਹੁੰਦਾ ਪਿੱਛੇ ਕੌਣ ਹੁੰਦੀ ਆ ਜਿਹਨੇ ਭਾਈ ਰਹੀਮ ਖਾਨ ਕਿਹਾ ਹੁੰਦਾ? ਇੱਕ ਬਜ਼ੁਰਗ ਲੇਡੀ। ਉਹ ਇਹਦੇ ਮਤਲਬ ਇਹਨੂੰ ਜਿੱਦਾਂ ਘਰ ਦੇ ਲਾਗੇ ਹੀ ਰਹਿੰਦੀ ਹੁੰਦੀ, ਨੇਬਰ ਦੇ ਵਿੱਚ ਕੁਝ ਕਹਿਣ ਆਈ ਹੁੰਦੀ। ਹੁਣ ਉਹਨੇ ਜਿੱਦਾਂ ਹੀ ਕਿਹਾ ਬਾਈ ਰਹੀਮ ਖਾਨ ਨੇ ਭੜਕ ਕੇ ਪੁੱਛਿਆ ਉਹਨੂੰ ਸਵਾਲ ਵਟ ਇਜ਼ ਇਟ? ਉਹਦਾ ਅੱਗੇ ਉਹ ਹਜੇ ਕੋਈ ਜਵਾਬ ਨਹੀਂ ਕਿਉਂਕਿ ਉਹ ਝਿਜਕਣ ਡੈ ਪਈ, ਕੁਝ ਬੋਲਣ ਤੋਂ ਹੈਜ਼ੀਟੇਸ਼ਨ ਹੋਣ ਡੈ ਪਈ ਉਹਨੂੰ। ਤੇ ਰਹੀਮ ਖਾਨ ਨੇ ਕੁਐਸਚਨਾਂ ਦੀ ਵਾਛੜ ਹੀ ਲਾਤੀ, ਵੋਲੀ ਆਫ ਕੁਐਸਚਨਸ, ਉਹਨੂੰ ਸਵਾਲ ਤੇ ਸਵਾਲ ਪੁੱਛਣ ਡੈ ਪਿਆ। ਵਟ ਇਜ਼ ਇਟ? ਆਈ ਵੁਡਨਟ ਈਟ ਯੂ। ਵਾਈ ਡੋਂਟ ਯੂ ਸਪੀਕ? ਮੈਂ ਤੈਨੂੰ ਖਾ ਨਹੀਂ ਚੱਲਿਆ, ਤੂੰ ਬੋਲ ਕਿਉਂ ਨਹੀਂ ਰਹੀ? ਵੂਮਨ, ਹੈਜ਼ ਯੂਅਰ ਸਨ ਬੀਨ ਅਰੈਸਟਡ ਅਗੇਨ ਫॉर ਰੈਵਨਿਊ? ਕੀ ਤੇਰਾ ਬੇਟਾ ਫਿਰ ਫੜ ਲਿਆ ਗਿਆ ਵਾ? ਕੋਈ ਉਹਨੇ ਕਰਜ਼ ਨਹੀਂ ਮੋੜਿਆ, ਬਕਾਇਆ ਨਹੀਂ ਮੋੜਿਆ? ਜਾਂ ਕਹਿੰਦਾ ਵਾ ਵੀ ਕੀ ਤੇਰੀ ਡਾਟਰ ਇਨ ਲਾ ਤੇਰੀ ਨੂੰਹ ਨੇ ਦੁਬਾਰਾ ਬੱਚੇ ਨੂੰ ਜਨਮ ਦਿੱਤਾ? ਇੱਦਾਂ ਹੀ ਸਵਾਲ ਤੇ ਸਵਾਲ ਰਹੀਮ ਖਾਨ ਪੁੱਛੀ ਜਾਂਦਾ। ਐਸ ਹੀ ਸਟਾਪਡ ਫॉर ਬ੍ਰੈਥ, ਹੀ ਇੱਥੇ ਰਹੀਮ ਖਾਨ ਲਈ ਹੈ। ਜਿੱਦਾਂ ਹੀ ਰਹੀਮ ਖਾਨ ਥੋੜੇ ਚਿਰ ਲਈ ਰੁਕਦਾ, ਆਪਣੇ ਸਵਾਲਾਂ ਦੀ ਵਾਛੜ ਨੂੰ ਰੋਕਦਾ, ਸਵਾਲ ਪੁੱਛਣੇ ਬੰਦ ਕਰਦਾ, ਵੂਮਨ ਜਿਹੜੀ ਆ ਬੜੇ ਹੀ ਹੌਸਲੇ ਦੇ ਨਾਲ ਦੋ ਸ਼ਬਦ ਬੋਲਦੀ। ਕਿਹੜੇ ਦੋ ਸ਼ਬਦ ਹੁੰਦੇ? ਯੂਅਰ ਵਾਈਫ, ਤੇਰੀ ਪਤਨੀ, ਬਸ ਇਹੋ ਦੋ ਸ਼ਬਦ ਬੋਲਦੀ। ਤੇ ਇਸ ਸੈਂਟੈਂਸ ਨੂੰ ਕੌਣ ਕੰਪਲੀਟ ਕਰ ਦਿੰਦਾ? ਰਹੀਮ ਖਾਨ। ਕਹਿੰਦਾ ਕਿ ਉਹ ਭੱਜ ਗਈ, ਹੈਜ਼ ਰਨ ਅਵੇ। ਦੇਖੋ ਉਹਨੇ ਸਿਰਫ ਦੋ ਸ਼ਬਦ ਹੀ ਬੋਲੇ ਹੁੰਦੇ, ਯੂਅਰ ਵਾਈਫ। ਤੇ ਰਹੀਮ ਖਾਨ ਦਾ ਨੇਚਰ ਕਿਵੇਂ ਦਾ ਵਾ, ਉਹ ਅੱਗੇ ਆਪੇ ਹੀ ਸ਼ਬਦ ਜੋੜ ਦਿੰਦਾ। ਕਹਿੰਦਾ ਕਿ ਉਹ ਭੱਜ ਗਈ, ਉਹ ਸੈਂਟੈਂਸ ਨੂੰ ਕੰਪਲੀਟ ਕਰ ਦਿੰਦਾ। ਤੇ ਹੱਸਦਾ ਬੜੀ ਗ੍ਰਿਨ ਮੂਰਖਤਾ ਵਾਲਾ ਹਾਸਾ ਹੱਸਦਾ ਵੀ ਜਿੱਦਾਂ ਉਹਨੇ ਜਿਹੜਾ ਗੈਸ ਲਾਇਆ ਕਿੰਨਾ ਸਹੀ ਗੈਸ ਲਾਇਆ ਵੀ ਉਹ ਸੱਚੀ ਭੱਜ ਕੇ ਉਹਨੂੰ ਕੋਈ ਫਿਕਰ ਹੀ ਨਹੀਂ ਹੁੰਦਾ। No, the woman hastily explained with an apologetic look. ਨਹੀਂ, ਉਹ ਜਿਹੜੀ ਵੂਮਨ ਹੁੰਦੀ ਆ ਉਹ ਬੜਾ ਹੀ ਮਾਫੀ ਵਾਲਾ ਚਿਹਰਾ ਬਣਾ ਕੇ ਐਕਸਪਲੇਨ ਕਰਦੀ ਆ, ਬੜੀ ਕਾਹਲੀ ਦੇ ਨਾਲ ਵੀ ਕੁਝ ਗਲਤ ਅੰਦਾਜ਼ਾ ਲਾਈ ਜਾਂਦਾ ਵਾ। ਉਹ ਇਸ ਤਰ੍ਹਾਂ ਐਕਸਪਲੇਨ ਕਰਦੀ ਜਿੱਦਾਂ ਨੂੰ ਲੱਗਦਾ ਵੀ ਉਹੀ ਜ਼ਿੰਮੇਵਾਰ ਹੈਗੀ ਆ ਉਹਦੀ ਪਤਨੀ ਦੀ ਐਬਸੈਂਸ ਦੇ। ਉਹਦੀ ਪਤਨੀ ਉੱਥੇ ਹੈ ਨਹੀਂ ਆ ਤੇ ਸ਼ਾਇਦ ਉਹ ਲੇਡੀ ਹੀ ਖੁਦ ਜ਼ਿੰਮੇਵਾਰ ਆ। ਲੇਡੀ ਤੇ ਸਿਰਫ ਸੁਨੇਹਾ ਹੀ ਦੇਣਾ ਹੀ ਤੇ ਉਹਨੂੰ ਆਪ ਬਲੇਮ ਜਿਹਾ ਮਹਿਸੂਸ ਹੋਣ ਡੈ ਪੈਂਦਾ। ਕੀ ਕਹਿੰਦੀ ਆ ਉਹ ਲੇਡੀ? ਕਹਿੰਦੀ ਆ ਤੇਰੀ ਪਤਨੀ ਕਿੱਥੇ ਗਈ ਆ? ਆਪਣੇ ਭਰਾ ਕੋਲ ਨੂਰਪੁਰ, ਤੇ ਉਹ ਕੁਝ ਦਿਨਾਂ 'ਚ ਵਾਪਸ ਆ ਜਾਊਗੀ। ਹੀ ਫਲੰਗ ਬੈਕ ਐਟ ਹਰ ਓਪਨਿੰਗ ਦਾ ਡੋਰ। ਉਹ ਫਿਰ ਉਹਦੇ ਤੇ ਜਿੱਦਾਂ ਭੜਕਦਾ ਹੈ ਤੇ ਦਰਵਾਜ਼ਾ ਖੋਲਦਾ ਤੇ ਹੱਟ ਦੇ ਅੰਦਰ ਆ ਜਾਂਦਾ ਤੇ ਉਹਨੂੰ ਪਤਾ ਹੈ ਕਿ ਉਹਦੀ ਪਤਨੀ ਨੇ ਵਾਪਸ ਨਹੀਂ ਆਉਣਾ। ਹੀ ਨਿਊ ਦੈਟ ਹਿਸ ਵਾਈਫ would never come back. Seething with inward wrath, he entered the dark hut. ਅੰਦਰ ਆਉਂਦਾ ਹਨੇਰੀ ਝੌਂਪੜੀ ਦੇ ਵਿੱਚ, ਬੈਠ ਜਾਂਦਾ ਚਾਰਪਾਈ ਦੇ ਉੱਪਰ। A cat mewed in a corner. ਇੱਕ ਬਿੱਲੀ ਇਸੇ ਕੋਨੇ ਦੇ ਵਿੱਚ ਬੋਲਦੀ ਪਈ ਹੁੰਦੀ। ਕੋਈ ਉਸ ਝੌਂਪੜੀ 'ਚ ਹੈਂਦਾ ਤੇ ਹੈ ਨਹੀਂ ਜਿਹਦੇ ਤੇ ਉਹਨੇ ਆਪਣਾ ਗੁੱਸਾ ਕੱਢਣਾ ਸੀ ਤੇ ਉਹ ਬਿੱਲੀ ਤੇ ਹੀ ਗੁੱਸਾ ਕੱਢਣ ਦੀ ਕੋਸ਼ਿਸ਼ ਕਰਦਾ, ਜ਼ੋਰ ਦੀ ਦਰਵਾਜ਼ੇ ਨੂੰ ਮਾਰਦਾ, ਬੜਾ ਉੱਥੇ ਰੌਲਾ ਜਿਹਾ ਪਾਉਂਦਾ। There was no one to give him water. ਉੱਥੇ ਕੋਈ ਨਹੀਂ ਜਿਹੜਾ ਉਹਨੂੰ ਪਾਣੀ ਦੇਵੇ, ਕੋਈ ਨਹੀਂ ਹੈਗਾ ਜਿਹੜਾ ਉਹਦੇ ਮਿੱਟੀ ਨਾਲ ਭਰੇ ਹੱਥ ਪੈਰ ਧਵਾਵੇ। ਇਸ ਤੋਂ ਅੱਗੇ ਨੈਕਸਟ ਪੇਜ ਤੇ ਆਪਾਂ ਜਾਂਦੇ ਹਾਂ।
नो वन टू गिव हिम सप्पर, कोई ਉਹਨੂੰ ਖਾਣਾ ਦੇਣ ਲਈ ਨਹੀਂ ਹੈਗਾ, ਕੋਈ ਉੱਥੇ ਹੈ ਨਹੀਂ ਜਿਹਨੂੰ ਉਹ ਕੁੱਟ ਸਕੇ, ਆਪਣਾ ਗੁੱਸਾ ਕੱਢ ਸਕੇ। ਉਹ ਬੜਾ ਹੀ ਅਨਕੰਫਰਟੇਬਲ ਤੇ ਅਨਹੈਪੀ ਮਹਿਸੂਸ ਕਰਦਾ ਪਿਆ। ਰਹੀਮ ਖਾਨ ਜਿਹੜਾ ਵਾ ਉਹ ਸਦਾ ਹੀ ਗੁੱਸੇ 'ਚ ਰਹਿੰਦਾ ਸੀ ਆਪਣੀ ਪਤਨੀ ਤੇ, ਜਿੰਨਾ ਚਿਰ ਉਹਦੀ ਪਤਨੀ ਇਹਦੇ ਕੋਲ ਰਹੀ, ਪਰ ਹੁਣ ਉਹਦੀ ਗੈਰ ਮੌਜੂਦਗੀ ਉਹਨੂੰ ਸਗੋਂ ਗੁੱਸਾ ਚੜਾਉਂਦੀ ਪਈ ਹੁੰਦੀ। ਸੋਚਦਾ ਏ ਵੀ ਉਹ ਚਲ ਗਈ ਹੈ, ਸੋ ਸ਼ੀ ਗੋਨ। ਹੀ ਮਿਊਜ਼ਡ, ਲਾਈਂਗ ਡਾਊਨ ਔਨ ਅ ਕੌਟ, ਮੰਜੇ ਤੇ ਬੈਠ ਜਾਂਦਾ। ਡਿਸਾਈਡ, ਕੀ ਨਿਰਣੇ ਲੈਂਦਾ ਵੀ ਅੱਜ ਉਹ ਸੌਂ ਜੂਗਾ ਬਿਨਾਂ ਖਾਣਾ ਖਾਧੇ। ਪਿਛਲੇ 30 ਸਾਲਾਂ ਤੋਂ ਉਹਨੇ ਆਪਣਾ ਜਿਹੜੀ ਵੀ ਉਹਦੀ ਮੈਰਿਡ ਲਾਈਫ ਸੀ, ਉਹਨੂੰ ਹਮੇਸ਼ਾ ਮਹਿਸੂਸ ਕਰਦਾ ਸੀ ਵੀ ਇੱਕ ਨਾ ਇੱਕ ਦਿਨ ਕੋਈ ਸਮਾਂ ਇੱਦਾਂ ਦਾ ਆਉਣਾ ਜਦ ਉਹਦੀ ਪਤਨੀ ਨੇ ਇਹਨੂੰ ਛੱਡ ਕੇ ਚਲ ਜਾਣਾ। 6 ਸਾਲ ਪਹਿਲਾਂ 6 ਈਅਰ ਅਗੋ ਉਹਦਾ ਜਿਹੜਾ ਵੱਡਾ ਬੇਟਾ ਸੀ ਬੁੰਦੂ, ਉਹ ਵੀ ਦੌੜ ਗਿਆ ਸੀ ਘਰ ਤੋਂ, ਕਿਉਂਕਿ ਉਹ ਹੋਰ ਇਹਦੀ ਜਿਹੜੀ ਬੀਟਿੰਗ ਸੀ, ਕੁੱਟ ਸੀ, ਬਹੁਤ ਜ਼ਿਆਦਾ ਹੱਦੋਂ ਵੱਧ ਕੁੱਟਦਾ ਸੀ, ਉਹ ਸਹਿ ਹੀ ਨਹੀਂ ਸਕਦਾ। 3 ਸਾਲ ਪਹਿਲਾਂ ਇਹਦਾ ਜਿਹੜਾ ਯੰਗੈਸਟ, ਜਿਹੜਾ ਛੋਟਾ ਬੇਟਾ ਸੀ ਨੂਰੂ, ਉਹ ਵੀ ਆਪਣੇ ਭਰਾ ਦੇ ਕੋਲ ਚਲ ਗਿਆ ਸੀ, ਤੇ ਉਸ ਦੇ ਦਿਨ ਤੋਂ ਇਹਨੂੰ ਪਤਾ ਹੀ, ਮਹਿਸੂਸ ਕਰਦਾ ਸੀ ਵੀ ਉਹਦੀ ਪਤਨੀ ਵੀ ਉਹ ਦੌੜ ਜੂਗੀ, ਆਪਣੇ ਭਰਾ ਕੋਲ ਚਲ ਜੂਗੀ, ਪਰ ਹੁਣ ਉਹ ਚਲ ਜਾ ਚੁੱਕੀ ਸੀ। ਨਾਖੁਸ਼ ਮਹਿਸੂਸ ਕਰਦਾ ਪਿਆ ਸੀ, ਪਰ ਉਹਨੂੰ ਹਜੇ ਵੀ ਮਾਫੀ ਨਹੀਂ ਉਹਨੂੰ ਫੀਲ ਹੁੰਦੀ ਪਈ, ਮਾਫੀ ਜਿੱਦਾਂ ਕੋਈ ਪਛਤਾਵਾ ਨਹੀਂ ਉਹਨੂੰ, ਕਿਉਂਕਿ ਉਹ ਆਪਣੀ ਪਤਨੀ ਨਾਲ ਪਿਆਰ ਹੀ ਨਹੀਂ ਕਰਦਾ। ਅਨਕੰਫਰਟੇਬਲ ਜ਼ਰੂਰ ਮਹਿਸੂਸ ਕਰਦਾ ਪਿਆ ਸੀ, ਅਸਹਿਜ ਮਹਿਸੂਸ ਕਰਦਾ ਪਿਆ ਸੀ ਵੀ ਜਿਵੇਂ ਫਰਨੀਚਰ ਦਾ ਕੋਈ ਬੜਾ ਵਧੀਆ ਹਿੱਸਾ, ਜਿਹੜਾ ਜ਼ਰੂਰੀ ਹਿੱਸਾ ਹੁੰਦਾ ਵਾ, ਉਹਨੂੰ ਹਟਾ ਦਿੱਤਾ ਜਾਵੇ ਤੇ ਫਰਨੀਚਰ ਕਿਸੇ ਕੰਮ ਦਾ ਨਹੀਂ ਹੁੰਦਾ। ਇਸ ਤਰ੍ਹਾਂ ਦੀ ਉਹਦੇ ਹਾਲਾਤ ਹੋ ਚੁੱਕੇ ਸੀ। ਹੁਣ ਉਹ ਆਪਣਾ ਜੋ ਵੀ ਗੁੱਸਾ ਦਿਲ 'ਚ ਭਰਿਆ ਕਿਸੇ ਤੇ ਕੱਢ ਹੀ ਨਹੀਂ ਸਕਦਾ, ਕਿਹਦੇ ਤੇ ਕੱਢਦਾ, ਕਿਉਂਕਿ ਉਹ ਜਾ ਚੁੱਕੀ ਸੀ। ਪਿਛਲੇ 30 ਸਾਲਾਂ ਤੋਂ ਉਹਦੀ ਜਿਹੜੀ ਪਤਨੀ ਸੀ, ਉਹ ਇੱਕ ਹਿਸਾਬ ਦਾ ਚਿੰਨ੍ਹ ਹੀ ਉਹਦੇ ਲਈ। ਉਹ ਇਹਨੂੰ ਇੰਝ ਲੱਗਦਾ ਸੀ ਵੀ ਜੋ ਵੀ ਉਹਦੇ ਪਰਿਵਾਰ ਨਾਲ ਝਗੜੇ ਹੁੰਦੇ, ਸੁਸਾਇਟੀ ਨਾਲ ਝਗੜੇ ਹੁੰਦੇ, ਉਹਦੀ ਲਾਈਫ ਖਰਾਬ ਹੋਈ, ਉਹ ਸਿਰਫ ਉਹਦੀ ਪਤਨੀ ਦੇ ਕਾਰਨ ਹੀ ਹੋਈ। ਠੀਕ ਹੈ, ਇੱਥੋਂ ਤੱਕ ਅੱਜ ਲਈ ਪੜ੍ਹਦੇ ਹਾਂ ਆਪਾਂ, ਬਾਕੀ ਨੈਕਸਟ ਡੇ ਕੰਟੀਨਿਊ ਕਰਾਂਗੇ।